ਰਾਮ ਕਰੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਇਆ। ਰਾਗ ਤਨ ਪਰਵਾਰ ਪੜਿਆ ਸ਼ਬਦ ਗਾਵਣ ਆਇਆ। ਸਭ ਦੁੱਖ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਆਇਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋਹਣਾ, ਕਰਨਾਲ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਕੀ ਕਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋਹਣਾ ਲੈ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ, ਕਰਤਾ ਤੇਰੇ ਸਤਿ ਹੈ ਜਿਸ ਦੇ ਗੇ ਸੁਭਾਵੇ। ਸਦਾ ਸਬਦ ਸਾਲਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸਭ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸੱਚਾ ਨਾਮ ਮੇਰਾ ਆਧਾਰੂ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ। ਕਰ ਸਾਧ ਦੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਇਆ। ਕੁਰਬਾਨ ਕੀਤਾ ਗੁਰ ਵਿਟੋਂ ਦੀਆਂ ਇਹ ਵਡਿਆਈਆਂ। ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੂ ਵਾਜੀ ਪੰਜ ਸੁਰਤ ਘਰ ਸੁਭਾਗੈ। ਹਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰਤਾਰਿਆ। ਬਸ ਕੀਤੇ ਕਾਲ ਕੰਟਕ ਮਾਰਿਆ। ਕਰਮ ਮਾਇਆ ਤੋ ਜਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈਸ ਕਹੂੰ ਅੰਤਿਤ ਕਰ ਅਨਹਦ ਵਾਜੇ। ਅਰਥ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ। ਦੁਖ ਰੋਗ ਸੰਤਾਂ ਨੇ ਸੁਣੇ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੇ। ਸੁਣਦੇ ਬਨੀਤ ਕਹਤੇ ਭਗਤ ਸਤਿਗੁਰ ਰੇ ਅਪਰ ਪੂਰੇ। ਜਨਵੰਤ ਮਾਨਪੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਦਿਵਸ ਰਾਤ ਦਾਈ ਦਾਇਆ ਕੀਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨ੍ਹੀ ਨਾਮ ਤੇ ਆਇਆ ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਪੂਜਲੇ ਕਹਤੇ ਛੁੱਟੀ ਨਾ ਜਿਨ ਨਾਮ ਤੇ ਆਇਆ ਗਏ ਮਸਕਤ। ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੇ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹੇ। ਅਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ।
ਤ੍ਰੇ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ, ਮਿਲੈ ਦਾਨ ਸੰਤ ਰੇਨ ਜਿਹੇ ਲਗ ਭਵ ਜਲ ਤਰਨਾ, ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ, ਦੇਹੁ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ, ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ, ਪ੍ਰਭ ਜੀ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਪਰਮ ਪੁਰਖ ਪਰਮੇਸ਼ਰ ਸੁਆਮੀ, ਪਾਵਨ ਪਉਨ ਆਹਾਰੀ, ਮਾਧਵ ਮਹਾਜੋਤ ਮਦ ਮਰਦਨ, ਮਾਨ ਮੁਕੰਦ ਮੁਰਾਰੀ, ਨਿਰਬਿਕਾਰ ਨਿਰਜੁਰ ਨਿੰਦਰਾ ਬਿਨ, ਨਿਰਬਿਖ ਨਰਕ ਨਿਵਾਰੀ, ਕਿਰਪਾ ਸਿੰਧ ਕਾਲ ਤ੍ਰੈ ਦਰਸੀ, ਕੁਕਰਤ ਪਰਨਾਸਨ ਕਾਰੀ, ਧਨੁਰ ਪਾਨ ਤ੍ਰਿਤ ਮਾਨ ਧਰਾ ਧਰ, ਅਨ ਬਿਕਾਰ ਅਸ ਧਾਰੀ, ਹੋ ਮਤ ਮੰਦ ਚਰਨ ਸ਼ਰਨਾਗਤ, ਕਰ ਗਹਿ ਲਿਹੋ ਉਭਾਰੀ, ਹੋ ਮਤ ਮੰਦ ਚਰਨ ਸ਼ਰਨਾਗਤ, ਕਰ ਗਹਿ ਲਿਹੋ ਉਭਾਰੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ, ਸੁਖ ਹੋਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ, ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸੰਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੱਡ ਹੰਸ ਮਹੱਲਾ ਪਹਿਲਾ। ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਰੋਵੈ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ। ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਰੋਵੈ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲਿਓ ਪੰਥ ਨਿਹਾਲਿਓ, ਅਸਾ ਭੇ ਉਥੈ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਿਸੈ ਕਾ ਭਾਣਾ। ਜੋ ਤਿਨ ਕਰ ਪਾਇਆ, ਸੋ ਆਗੈ ਆਇਆ। ਆਸੀ ਕੇ ਹੁਕਮ ਕਰਿਆ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏਹਾ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣ ਐਸਾ ਕੋਏ। ਸੇਵਿਓ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੇ ਜਾਵੋ, ਤਾਂ ਫਲ ਪਾਵੋ। ਆਗੈ ਮਿਲੈ ਵਡਾਈ, ਭੇਟੈ ਸਿਓ ਜਾਵੋ। ਸੱਚ ਸਮਾਵੋ, ਤਾਂ ਪਤ ਲੇਖੈ ਪਾਈ। ਮਹਿਲੀ ਜਾਏ ਪਾਵੋ, ਖਸਮੈ ਪਾਵੋ। ਰੰਗ ਸਿਓ ਰਲਿਆ ਮਾਣੈ, ਮਰਨ ਨਾ ਮੰਦਾ ਲੋਕਾਂ ਆਖੀਐ। ਜੇ ਕੋਈ ਮਰ ਜਾਣੈ, ਮਰਨ ਮੁਨਸਾ ਸੂਰਿਆਂ ਹੱਕ ਹੈ। ਜੋ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੈ ਆਖੀਐ। ਦਰਗਹਿ ਪਾਵਹਿ ਸਾਚੀ ਮਾਣੋ, ਦਰਗਹਿ ਮਾਣ ਪਾਵਹਿ ਪਤ ਸਿਓ ਜਾਵਹਿ। ਆਗੈ ਦੁਖ ਨਾ ਲਾਗੈ, ਕਰ ਏਕ ਧਿਆਵਹਿ। ਤਾਂ ਫਲ ਪਾਵਹਿ, ਜਿਤ ਸੇਵਿਐ ਭਉ ਭਾਗੈ। ਉੱਚਾ ਨਹੀਂ ਕਹਿਣਾ, ਮਨ ਮਹਿ ਰਹਿਣਾ। ਆਪੇ ਜਾਣੈ ਜਾਣੋ, ਮਰਨ ਮੁਨਸਾਂ ਸੂਰਿਆ ਹੱਕ ਹੈ। ਜੋ ਹੋਏ ਮਰਹਿ ਪਰਵਾਣੋ, ਨਾਨਕ ਕਿਸਨੋ ਬਾਬਾ ਰੋਈ ਹੈ। ਬਾਜੀ ਹੈ ਇਹੋ ਸੰਸਾਰੋ, ਕੀਤਾ ਵੇਖੈ ਸਾਹਿਬ ਆਪਣਾ। ਕੁਦਰਤ ਕਰੇ ਵਿਚਾਰੋ, ਕੁਦਰਤ ਵਿਚਾਰੇ ਧਾਰਨ ਧਾਰੇ। ਜਿਨ ਕੀਆ ਸੋ ਜਾਣੈ, ਆਪੇ ਵੇਖੈ ਆਪੇ ਬੁਝੈ।
ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਜਿਨ ਕਿਛ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਕਿਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਜੁੜ ਕੇ ਇਕੱਤਰ ਹੋ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਗੁਰਦੇਵ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਨੇ ਬੜੇ ਅਦਬ ਸਤਿਕਾਰ ਸ਼ਰਧਾ ਸਹਿਤ ਗਾਇਨ ਕੀਤੇ ਹਨ, ਆਪ ਜੀ ਨੇ ਸਰਵਣ ਕੀਤੇ ਹਨ। ਅੱਜ ਦਾ ਪਾਵਨ ਮਹਾਵਾਕ ਅਲਾਣੀਆਂ ਵਿੱਚੋਂ ਸਾਨੂੰ ਪ੍ਰਾਪਤ ਹੋਇਆ। ਕੋਈ ਪ੍ਰਾਣੀ ਚਲਾਣੇ ਕਰ ਜਾਏ, ਉਹਦੇ ਵਿਛੋੜੇ ਦੇ ਵਿੱਚ ਆ ਕੇ ਵੈਣ ਪਾਣ ਨੂੰ ਅਲਾਣੀਆਂ ਕਹਿੰਦੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਪਰਮੇਸ਼ਰ ਤੋਂ ਜਿਹੜਾ ਇਸ ਜੀਵ ਰੂਪੀ ਇਸਤਰੀ ਦਾ ਵਿਛੋੜਾ ਪਿਆ ਹੋਇਆ ਹੈ, ਉਸ ਵਿਛੋੜੇ ਦੇ ਵਿੱਚ ਕੀਰਨੇ ਪਾਉਣ ਦੀ ਜੁਗਤ ਸਾਹਿਬ ਜੀ ਨੇ ਸਾਨੂੰ ਦੱਸੀ ਹੈ ਕਿ ਇਸ ਗੱਲ ਨੂੰ ਮਹਿਸੂਸ ਕਰੀਏ, ਇਸ ਹਿਰਦੇ ਵਿੱਚ ਇਸ ਗੱਲ ਨੂੰ ਅਨੁਭਵ ਕਰੀਏ ਕਿ ਅਸੀਂ ਉਸ ਨਿਰੰਕਾਰ ਤੋਂ ਵਿਧਾਤੇ ਤੋਂ ਵਿਛੜੇ ਹੋਏ ਹਾਂ। ਕਿਉਂਕਿ ਵਿਛੋੜਾ ਜਦੋਂ ਤੱਕ ਅਨੁਭਵ ਵਿੱਚ ਨਹੀਂ ਆਏਗਾ ਉਦੋਂ ਤੱਕ ਪਰਮੇਸ਼ਰ ਦੇ ਮਿਲਾਪ ਦੀ ਜਗਿਆਸਾ ਨਹੀਂ ਜਾਗੇਗੀ। ਪ੍ਰਭੂ ਮਿਲਣ ਦਾ ਚਾਉ ਉਦੋਂ ਜਾਗਦਾ ਜਦੋਂ ਪਹਿਲਾਂ ਇਸ ਗੱਲ ਨੂੰ ਮਹਿਸੂਸ ਕਰੀਏ ਕਿ ਅਸੀਂ ਉਹਦੇ ਤੋਂ ਵਿਛੜੇ ਹੋਏ ਹਾਂ। ਪ੍ਰਭੂ ਵਿੱਚ ਮਿਲਣ ਵਾਸਤੇ, ਅਕਾਲ ਪੁਰਖ ਵਿੱਚ ਅਭੇਦ ਹੋਣ ਵਾਸਤੇ ਸਭ ਤੋਂ ਉੱਤਮ ਅੰਗ ਜੋ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਭਾਰੀ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ, ਉਹ ਹੈ ਭਗਤੀ। ਪ੍ਰਭੂ ਭਗਤੀ, ਅਕਾਲ ਪੁਰਖ ਦੀ ਭਗਤੀ। ਨਿਤਨੇਮ ਕਰਦੇ ਹਾਂ, ਇਸ਼ਨਾਨ ਪਾਨ ਕਰਕੇ ਗੁਰੂ ਘਰ ਜਾਂਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ। ਇਹ ਸਾਰੇ ਭਗਤੀ ਦੇ ਪ੍ਰਕਾਰ ਹਨ। ਬਿਨਾਂ ਪ੍ਰਭੂ ਭਗਤੀ ਤੋਂ ਪਰਮੇਸ਼ਰ ਵਿੱਚ ਅਭੇਦਤਾ ਨਹੀਂ ਹੁੰਦੀ, ਅਕਾਲ ਪੁਰਖ ਵਿੱਚ ਮਿਲਾਪ ਨਹੀਂ ਹੁੰਦਾ। ਮਹਾਂਪੁਰਸ਼ ਭਗਤੀ ਨੂੰ ਮਾਤਾ ਵੀ ਕਹਿੰਦੇ ਹਨ ਕਿ ਭਗਤੀ ਮਾਂ ਵਾਂਗੂ ਜਗਿਆਸੂ ਨੂੰ ਦੁਲਾਰਦੀ ਹੈ। ਜਿਵੇਂ ਮਾਂ ਆਪਣੇ ਪੁੱਤ ਨੂੰ ਦੁਲਾਰਦੀ ਹੈ, ਇਸੇ ਤਰ੍ਹਾਂ ਪਰਮੇਸ਼ਰ ਦੀ ਭਗਤੀ ਜਗਿਆਸੂ ਨੂੰ ਦੁਲਾਰਦੀ ਹੈ। ਮਾਂ ਔਰ ਬਾਪ ਇਹ ਦੋ ਲਫ਼ਜ਼ ਨੇ,
ਮਾਂ ਕਹਿੰਦਿਆਂ ਮੂੰਹ ਖੁੱਲ ਜਾਂਦਾ ਹੈ ਤੇ ਬਾਪ ਕਹਿੰਦਿਆਂ ਮੂੰਹ ਮਿਚ ਜਾਂਦਾ, ਬੰਦ ਹੋ ਜਾਂਦਾ। ਜਦੋਂ ਬਾਪ ਕਹਿਣਾ ਹੋਵੇ ਤੇ ਪੱਪਾ ਅੱਖਰ ਬੋਲਦੇ ਆ ਤੇ ਉੱਥੇ ਆ ਕੇ ਪਾ ਸ਼ਬਦ ਬੋਲਦੇ ਆ, ਮੂੰਹ ਬੰਦ ਹੋ ਜਾਂਦਾ ਬਾਪ। ਮਾਂ ਕਹਿੰਦਿਆਂ ਮੂੰਹ ਖੁੱਲ ਜਾਂਦਾ ਹੈ। ਇਹਦਾ ਮਤਲਬ ਹੈ ਕਿ ਇੱਕ ਬੱਚਾ ਆਪਣੀ ਮਾਂ ਦੇ ਸਨਮੁਖ ਆਪਣੇ ਹਿਰਦੇ ਦੀ ਪੀੜਾ, ਆਪਣੇ ਹਿਰਦੇ ਦੀ ਵੇਦਨ ਜਿੰਨੀ ਖੁੱਲ੍ਹ ਕੇ ਦੱਸ ਸਕਦਾ ਹੈ, ਉਹਦੇ ਸਾਹਮਣੇ ਜਿਤਨਾ ਖੁੱਲ੍ਹ ਕੇ ਬੋਲ ਸਕਦਾ, ਆਪਣੇ ਬਾਪ ਦੇ ਸਾਹਮਣੇ ਉਹਨੂੰ ਉਤਨਾ ਹੀ ਚੁੱਪ ਰਹਿਣਾ ਪੈਂਦਾ ਹੈ। ਮੂੰਹ ਮਿਚ ਜਾਂਦਾ, ਇਹਦਾ ਮਤਲਬ ਬਾਪ ਕਹਿੰਦੇ ਆ ਮੂੰਹ ਮਿਚ ਜਾਏ, ਇਹਦਾ ਮਤਲਬ ਬੋਲਣਾ ਨਹੀਂ। ਬਾਪ ਦੇ ਸਨਮੁਖ, ਮਾਂ ਦੇ ਸਨਮੁਖ ਇਹ ਆਪਣਾ ਵੇਖਦਿਆਂ ਇਹਨੂੰ ਚਾਅ ਚੜ ਜਾਂਦਾ ਹੈ ਕਿ ਮਾਂ ਆਈ, ਹੁਣ ਆਪਣਾ ਦੁੱਖ ਇਹਨੂੰ ਦੱਸਾਂਗਾ। ਇਸੇ ਤਰ੍ਹਾਂ ਮਹਾਂਪੁਰਸ਼ ਦੱਸਦੇ ਆ ਵੀ ਜਿਹੜੀ ਭਗਤੀ ਹੈ ਇਹ ਮਾਂ ਹੈ। ਕੀਰਤਨ ਕਰਨਾ ਮੁਖ ਖੁੱਲ੍ਹ ਕੇ, ਭਗਤੀ ਕਰਨੀ, ਬਾਣੀ ਪੜ੍ਹਨੀ, ਭਜਨ ਕਰਨਾ, ਪ੍ਰਭੂ ਦਾ ਜਸ ਕਰਨਾ, ਸੋਭਾ ਕਰਨੀ, ਇਹ ਭਗਤੀ ਮਾਂ ਸਵਰੂਪ ਹੈ। ਇਸੇ ਭਗਤੀ ਨੂੰ ਕਰਦਿਆਂ ਕਰਦਿਆਂ ਜਦੋਂ ਪਰਮੇਸ਼ਰ ਦੇ ਸਨਮੁਖ ਜਾਂਦਾ, ਪਰਮੇਸ਼ਰ ਬਾਪ ਹੈ, ਉਹਦੇ ਸਾਹਮਣੇ ਜਾ ਕੇ ਫਿਰ ਬਿਲਕੁਲ ਮੌਨ ਹੋ ਜਾਈਦਾ, ਚੁੱਪ ਹੋ ਜਾਈਦਾ, ਕਿਉਂਕਿ ਪਰਮੇਸ਼ਰ ਬਾਣੀ ਦਾ ਵਿਸ਼ਾ ਹੈ ਹੀ ਨਹੀਂ, ਬੋਲ ਕੇ ਉਹਦੇ ਬਾਰੇ ਕਥਨ ਹੋ ਹੀ ਨਹੀਂ ਸਕਦਾ। ਜਦੋਂ ਸਾਖਸ਼ਾਤਕਾਰ ਹੋ ਜਾਏ, ਪ੍ਰਭੂ ਬਾਪ ਹੈ, ਉਹਦੇ ਸਾਹਮਣੇ ਜਾ ਕੇ ਫਿਰ ਮੌਨ ਹੋ ਜਾਈਦਾ, ਉਹ ਮਨ ਬਾਣੀ ਦਾ ਵਿਸ਼ਾ ਨਹੀਂ ਰਹਿ ਜਾਂਦਾ। ਬਾਬਾ ਬੋਲਣਾ ਕਿਆ ਕਹੀਏ, ਉੱਥੇ ਜਾ ਕੇ ਫਿਰ ਅਵਸਥਾ ਬਣ ਜਾਂਦੀ ਹੈ। ਤੋ ਪ੍ਰਭੂ ਭਗਤੀ ਦਾ ਪ੍ਰਕਾਰ ਹੈ ਕਿ ਪਰਮੇਸ਼ਰ ਵਿੱਚ ਅਭੇਦ ਹੋਣਾ, ਅਕਾਲ ਪੁਰਖ ਵਾਹਿਗੁਰੂ ਵਿੱਚ ਮਿਲਣਾ। ਉਹ ਪ੍ਰਕਾਰ ਸਤਿਗੁਰੂ ਜੀ ਨੇ ਆਪਣੀ ਬਾਣੀ ਦੁਆਰਾ ਸਾਨੂੰ ਦਰਸਾਏ ਨੇ। ਪ੍ਰਭੂ ਨੂੰ ਮਿਲਣ ਵਾਸਤੇ ਪਹਿਲਾਂ ਹਿਰਦੇ 'ਚ ਅਨੁਭਵ ਕਰਨਾ ਪਵੇਗਾ ਕਿ ਅਸੀਂ ਉਹਦੇ ਤੋਂ ਵਿਛੜੇ ਹੋਏ ਹਾਂ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਦੇਖੋ ਅੰਗ ਅੱਗ ਦੇ ਲਾ ਕੇ ਚੜ੍ਹਦਾ ਰੂਪ ਸਵਾਇਆ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਆਦਿ ਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਨੂੰ ਰਲ ਮਿਲ ਕੇ ਵਿਚਾਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਰਾਗ ਵਡਹੰਸ ਵਿੱਚ ਇਹ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਆਵੋ ਮਿਲੋ ਸਹੇਲੀ ਹੋ, ਹੇ ਸਖੀਓ, ਹੇ ਜਗਿਆਸੂ ਜੀਵ ਰੂਪੀ ਇਸਤਰੀਓ, ਆਓ ਮਿਲੋ, ਇਕੱਤਰ ਹੋਵੋ। ਮਿਲਣ ਦਾ ਮਤਲਬ ਇਹੀ ਨਹੀਂ ਹੁੰਦਾ ਕਿ ਸਰੀਰ ਕਰਕੇ ਮਿਲ ਗਏ ਤੇ ਮਿਲ ਗਏ। ਸਰੀਰ ਕਰਕੇ ਮਿਲੇ ਹਾਂ, ਜੇ ਖਿਆਲਾਤ ਨਹੀਂ ਮਿਲਦੇ, ਵਿਚਾਰਾਂ ਨਹੀਂ ਮਿਲਦੀਆਂ, ਸੁਰਤੀ ਨਹੀਂ ਮਿਲਦੀ, ਤੇ ਇਹੋ ਜਿਹਾ ਮਿਲਾਪ ਮੰਨਿਆ ਹੀ ਨਹੀਂ ਜਾ ਸਕਦਾ। ਜੇ ਤੁਹਾਡੇ ਖਿਆਲਾਤ ਨਹੀਂ ਮਿਲਦੇ, ਤੁਹਾਡੀਆਂ ਵਿਚਾਰਾਂ ਨਹੀਂ ਮਿਲਦੀਆਂ, ਤੇ ਫਿਰ ਕਾਹਦਾ ਮਿਲਾਪ? ਮਿਲਣ ਦਾ ਮਤਲਬ ਹੈ ਜਦੋਂ ਤੁਹਾਡੀ ਸੁਰਤ ਮਿਲ ਜਾਏ, ਜਦੋਂ ਤੁਹਾਡੇ ਮਨ ਮਿਲ ਜਾਣ, ਜਦੋਂ ਤੁਹਾਡੀਆਂ ਵਿਚਾਰਾਂ ਮਿਲ ਜਾਣ, ਉਦੋਂ ਮਿਲਾਪ ਹੁੰਦਾ। ਸਤ ਸੰਗਤ ਇੱਕ ਐਸਾ ਕੇਂਦਰ ਹੈ ਜਿੱਥੇ ਆ ਕੇ ਅਸੀਂ ਆਪਣੀਆਂ ਸਾਰੀਆਂ ਵਿਚਾਰਾਂ ਨੂੰ ਸਮਾਪਤ ਕਰਕੇ ਕੇਵਲ ਇੱਕ ਗੁਰੂ ਦੀ ਵਿਚਾਰ ਨੂੰ ਹਿਰਦੇ 'ਚ ਗ੍ਰਹਿਣ ਕਰਨਾ। ਉੱਥੇ ਆ ਕੇ ਸਾਰਿਆਂ ਦੀ ਸੁਰਤ ਮਿਲ ਜਾਂਦੀ ਹੈ, ਸਾਰਿਆਂ ਦਾ ਮਨ ਮਿਲ ਜਾਂਦਾ, ਸਾਰਿਆਂ ਦੇ ਖਿਆਲਾਤ ਮਿਲ ਜਾਂਦੇ। ਜਦੋਂ ਤੱਕ ਸਾਡੇ ਅੰਦਰ ਆਪਣੀਆਂ ਵਿਚਾਰਾਂ ਚੱਲਦੀਆਂ ਨੇ, ਉਹ ਦੂਜੇ ਨਾਲ ਮੇਲ ਨਹੀਂ ਖਾਣਗੀਆਂ।
ਜਦੋਂ ਗੁਰੂ ਕੀ ਵਿਚਾਰ ਚੱਲ ਪਵੇ, ਗੁਰੂ ਕੇ ਸ਼ਬਦ ਦੀ ਵਿਚਾਰ ਚੱਲ ਪਵੇ, ਤਾਂ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਸਾਡੇ ਸਾਰਿਆਂ ਦਾ ਮੇਲਾ ਹੋ ਸਕਦਾ, ਸਾਰਿਆਂ ਦਾ ਮਿਲਾਪ ਹੋ ਸਕਦਾ। ਤੇ ਸਤਿਗੁਰੂ ਜੀ ਐਸੇ ਮਿਲਣ ਨੂੰ ਮਿਲਾਪ ਕਹਿੰਦੇ ਨੇ। ਕਹਿੰਦੇ ਆਓ ਭਾਈ ਮਿਲੋ, ਸਤ ਸੰਗਤ ਦੇ ਰੂਪ ਵਿੱਚ ਇਕੱਤਰ ਹੋਵੋ ਔਰ ਇਕੱਠੇ ਹੋ ਕੇ ਅਕਾਲ ਪੁਰਖ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ ਉਸ ਨਾਮ ਨੂੰ ਲਵੋ। ਸੱਚੜਾ ਨਾਮ ਲਏ ਹਾਂ, ਕਿਉਂਕਿ ਨਾਮ ਜਪਣ ਤੇ ਸਾਰਿਆਂ ਦੀ ਸੁਰਤ ਜੁੜ ਜਾਏਗੀ। ਜਦੋਂ ਵਾਹਿਗੁਰੂ ਕਹਿਣ ਵਾਸਤੇ ਗੱਲ ਹੋਵੇ ਤੇ ਵਾਹਿਗੁਰੂ ਤਾਂ ਅਸੀਂ ਸਾਰੀ ਰਸਨਾ ਤੋਂ ਕਹਾਂਗੇ, ਉਦੋਂ ਤਾਂ ਸਾਡੇ ਅੰਦਰ ਕੋਈ ਦਵੰਦ ਨਹੀਂ ਹੈ। ਤੇ ਇਸ ਕਰਕੇ ਗੁਰਦੇਵ ਨੇ ਸਾਨੂੰ ਸਾਰਿਆਂ ਨੂੰ ਮਿਲਣ ਦਾ ਬੜਾ ਸੁੰਦਰ ਤਰੀਕਾ ਦੱਸਿਆ ਕਿ ਜਦੋਂ ਵੀ ਸੰਗਤ ਵਿੱਚ ਮਿਲਣਾ, ਮਿਲ ਕੇ ਪਰਮੇਸ਼ਰ ਦਾ ਭਜਨ ਕਰਨਾ, ਅਕਾਲ ਪੁਰਖ ਦਾ ਨਾਮ ਲੈਣਾ, ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰਨੀ ਹੈ। ਸੱਚੜਾ ਨਾਮ ਲਏ ਹਾਂ, ਪਰਮੇਸ਼ਰ ਦਾ ਸੱਚਾ ਨਾਮ ਆਪਣੀ ਰਸਨਾ ਤੋਂ ਲੈਣਾ, ਆਪਣੀ ਸੁਰਤ ਵਿੱਚੋਂ, ਆਪਣੇ ਬਚਨ ਵਿੱਚੋਂ, ਆਪਣੇ ਕਰਮ ਵਿੱਚੋਂ, ਮਨ ਵਾਚ ਕਰਮ ਕਰਕੇ ਪਰਮੇਸ਼ਰ ਦੇ ਸੱਚੇ ਨਾਮ ਦੀ ਆਰਾਧਨਾ ਕਰਨੀ ਹੈ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਸੱਚੜਾ ਨਾਮ ਲਏ ਹਾਂ, ਸੱਚੜਾ ਨਾਮ ਲਏ ਹਾਂ, ਸੱਚੜਾ ਨਾਮ ਲਏ ਹਾਂ, ਸੱਚੜਾ ਨਾਮ ਲਏ ਹਾਂ। ਆਵੋ ਮਿਲੋ ਸਹੇਲੀਓ, ਆਵੋ ਮਿਲੋ ਸਹੇਲੀਓ, ਆਵੋ ਮਿਲੋ ਸਹੇਲੀ ਹੋ, ਆਵੋ ਮਿਲੋ ਸਹੇਲੀ ਹੋ। ਸੱਚੜਾ ਨਾਮ ਲਏ ਹਾਂ, ਸੱਚੜਾ ਨਾਮ ਲਏ ਹਾਂ, ਸੱਚੜਾ ਨਾਮ ਲਏ ਹਾਂ, ਸੱਚੜਾ ਨਾਮ ਲਏ ਹਾਂ। ਇਹ ਭਾਈ ਆਓ ਰਲ ਕੇ ਇਕੱਤਰ ਹੋ ਕੇ ਸਾਧ ਸੰਗਤ ਵਿੱਚ ਨਿਰੰਕਾਰ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਨੂੰ ਲਈਏ, ਪਰਮੇਸ਼ਰ ਦੇ ਸੱਚੇ ਨਾਮ ਦੀ ਆਰਾਧਨਾ ਕਰੀਏ। ਰੋਵਹਿ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ। ਔਰ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਤੋਂ ਇਸ ਤਨ ਦਾ ਵਿਛੋੜਾ ਪਿਆ ਹੋਇਆ, ਉਹਦੇ ਤੋਂ ਵਿਛੜੇ ਹੋਏ ਆ ਨਾ। ਜਿਵੇਂ ਕਿ ਪ੍ਰਾਰੰਭ ਵਿੱਚ ਬੇਨਤੀ ਕੀਤੀ ਹੈ, ਪਹਿਲਾਂ ਆਪਣੇ ਹਿਰਦੇ 'ਚ ਇਸ ਗੱਲ ਨੂੰ ਅਨੁਭਵ ਕਰੀਏ, ਕਿਉਂਕਿ ਜੋ ਸਾਡੇ ਅਨੁਭਵ ਵਿੱਚ ਆਉਂਦਾ ਅਸੀਂ ਉਹਦੇ ਬਾਰੇ ਜਾਣਦੇ ਹਾਂ। ਜਿਸ ਦਾ ਸਾਡੇ ਅੰਦਰ ਅਨੁਭਵ ਨਹੀਂ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ। ਇੱਕ ਬੱਚੇ ਨੂੰ ਸੱਪ ਦਾ ਅਨੁਭਵ ਨਹੀਂ ਹੈ, ਉਹਦੇ ਕੋਲ ਸੱਪ ਆਵੇਗਾ ਉਹ ਖੇਡਣ ਲੱਗ ਪਏਗਾ ਉਹਦੇ ਨਾਲ, ਕਿਉਂਕਿ ਉਹਨੂੰ ਨਹੀਂ ਪਤਾ ਕਿ ਸੱਪ ਜ਼ਹਿਰੀਲਾ ਹੁੰਦਾ ਹੈ, ਇਹਦੇ 'ਚ ਜ਼ਹਿਰ ਹੈ, ਉਹਦੇ ਅਨੁਭਵ ਵਿੱਚ ਨਹੀਂ ਹੈ। ਅੱਗ ਦੇ ਬਲਦੇ ਹੋਏ ਲਾਲ ਅੰਗਾਰੇ ਬਾਲਕ ਵੇਖੇਗਾ, ਛੋਟਾ ਵੇਖ ਕੇ ਭੱਜ ਕੇ ਪਕੜਨ ਦਾ ਯਤਨ ਕਰੇਗਾ, ਕਿਉਂਕਿ ਉਹਦੇ ਅਨੁਭਵ ਵਿੱਚ ਨਹੀਂ ਹੈ ਕਿ ਅਗਨੀ ਸਾੜ ਦਿੰਦੀ ਹੈ।
ਜੋ ਕੁਝ ਸਾਡੇ ਅਨੁਭਵ ਵਿੱਚ ਆਉਂਦਾ ਅਸੀਂ ਉਹਦੇ ਬਾਰੇ ਜਾਣਦੇ ਹਾਂ। ਜਿਸ ਬਾਰੇ ਸਾਨੂੰ ਕੋਈ ਅਨੁਭਵ ਨਹੀਂ ਉਹਦੇ ਬਾਰੇ ਜਾਣਦੇ ਵੀ ਨਹੀਂ ਹਾਂ। ਪਾਰ ਬ੍ਰਹਮ ਪਰਮੇਸ਼ਰ ਦੇ ਵਿਛੋੜੇ ਨੂੰ ਜਦੋਂ ਤੱਕ ਅਸੀਂ ਅਨੁਭਵ ਨਹੀਂ ਕਰਾਂਗੇ, ਆਪਣੇ ਅੰਦਰ ਜਾਣਾਂਗੇ ਨਹੀਂ, ਮਹਿਸੂਸ ਨਹੀਂ ਕਰਾਂਗੇ, ਉਦੋਂ ਤੱਕ ਉਹਦੇ ਨਾਲ ਮਿਲਣ ਦੀ ਜਿਗਿਆਸਾ ਜਾਗਣੀ ਨਹੀਂ। ਕਹਿੰਦੇ ਮੈਂ ਆਪਣੇ ਉਸ ਮਾਲਕ ਤੋਂ ਵਿਛੜਿਆ ਹੋਇਆ ਹਾਂ, ਉਸ ਤਨ ਦੇ ਵਿਛੋੜੇ ਨੂੰ ਵੇਖ ਕੇ ਮੈਂ ਉਸ ਵਿਛੋੜੇ ਨੂੰ ਰੋਂਦਾ ਹਾਂ। ਰੋਵਹਿ ਬਿਰਹਾ ਤਨ ਕਾ, ਆਪਣੇ ਇਸ ਤਨ ਦੇ ਬਿਰਹੇ ਨੂੰ ਮੈਂ ਰੋਂਦਾ ਹਾਂ ਔਰ ਆਪਣੇ ਸਾਹਿਬ ਨੂੰ ਸੰਭਾਲਦਾ ਹਾਂ। ਆਪਣਾ ਸਾਹਿਬ ਸੰਭਾਲੇ ਹਾਂ, ਮੈਂ ਆਪਣੇ ਸਾਹਿਬ ਨੂੰ ਸੰਭਾਲਦਾ। ਹੇ ਪ੍ਰਭੂ, ਹੇ ਅਕਾਲ ਪੁਰਖ, ਮੈਂ ਤੇਰੇ ਤੋਂ ਵਿਛੜਿਆ ਹੋਇਆ ਹਾਂ, ਕਿਰਪਾ ਕਰ ਮੈਨੂੰ ਆਪਣੇ 'ਚ ਮਿਲਾ ਕੇ ਅਭੇਦ ਕਰ। ਆਪਣੇ ਸਾਹਿਬ ਨੂੰ ਇਉਂ ਸੰਭਾਲਦਾ ਹਾਂ। ਸਾਹਿਬ ਸੰਭਾਲਿਹ ਪੰਥ ਨਿਹਾਲਿਹ, ਅਸਾ ਭੇ ਉਥੈ ਜਾਣਾ। ਸਾਹਿਬ ਸੰਭਾਲੇ ਪੰਥ ਨਿਹਾਲੇ, ਮੈਂ ਆਪਣੇ ਸਾਹਿਬ ਨੂੰ ਸੰਭਾਲਦਾ ਹਾਂ ਔਰ ਉਸ ਰਾਹ ਨੂੰ ਵੇਖਦਾ ਹਾਂ ਜਿਸ ਰਾਹ ਤੇ ਬੜੇ ਟੁਰ ਗਏ ਨੇ, ਤੇ ਅਸੀਂ ਵੀ ਉਸੇ ਰਾਹ ਤੇ ਚੱਲ ਕੇ ਜਾਣਾ। ਅਸਾਂ ਪੇ ਉਥੈ ਜਾਣਾ, ਜਿੱਥੇ ਸਾਡੇ ਬੜੇ ਬੜੇ ਸੱਜਣ ਮਿੱਤਰ ਸੰਬੰਧੀ ਸਾਡੇ ਵੇਖਦਿਆਂ ਵੇਖਦਿਆਂ ਚਲੇ ਗਏ ਨੇ, ਉਸ ਰਾਹ ਨੂੰ ਮੈਂ ਵੀ ਵੇਖਦਾ ਹਾਂ ਪਰ ਜਾਣਦਾ ਹਾਂ ਕਿ ਉਸ ਰਸਤੇ ਤੇ ਅਸੀਂ ਵੀ ਚਲੇ ਜਾਣਾ। ਇਹ ਗੱਲ ਜਦੋਂ ਅਸੀਂ ਸੁਣੀਏ ਤਾਂ ਇੱਕਦਮ ਭੈ ਭੀਤ ਹੋ ਕੇ ਡਰ ਕੇ ਕਹਾਂਗੇ, ਸਵੇਰੇ ਸਵੇਰੇ ਇਹ ਬਾਤ ਕਿਵੇਂ ਚੇਤੇ ਵਿੱਚ ਲਿਆਈਏ, ਕਿਵੇਂ ਸਾਡੀ ਸਿਮਰਤੀ ਵਿੱਚ ਇਹ ਗੱਲ ਆਵੇ। ਪਰ ਸੱਚਾਈ ਇਹੀ ਹੈ ਕਿ ਅਸਾਂ ਵੀ ਉਸ ਜਗ੍ਹਾ ਤੇ ਚਲੇ ਜਾਣਾ ਜਿੱਥੇ ਸਾਡੇ ਬੜੇ ਬੜੇ ਸੰਬੰਧੀ ਮਿੱਤਰ ਪਿਆਰੇ ਇਹਨਾਂ ਅੱਖਾਂ ਨਾਲ ਵੇਖਦਿਆਂ ਚਲੇ ਗਏ ਹਨ। ਜਿਸ ਕਾ ਕੀਆ ਤਿਨ ਹੀ ਲਿਆ, ਹੋਆ ਤਿਸੈ ਕਾ ਭਾਣਾ। ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਕੀਤਾ, ਉਸੇ ਨੇ ਹੀ ਸਭ ਕੁਝ ਆਪਣੇ ਚ ਲੈ ਕਰਨਾ। ਜਿਸ ਨੇ ਕੀਤਾ ਸੀ ਇਸ ਜੀਵ ਨੂੰ, ਉਸੇ ਨੇ ਇਸ ਜੀਵ ਨੂੰ ਵਾਪਸ ਸੱਦ ਲਿਆ। ਤੇ ਜਦੋਂ ਜਿਸ ਨੇ ਕੀਤਾ ਉਸ ਨੇ ਲੈ ਲਿਆ, ਫਿਰ ਹੋਣਾ ਉਹੀ ਹੈ ਜੋ ਉਹਦਾ ਭਾਣਾ ਹੈ। ਹੋਆ ਤਿਸੈ ਕਾ ਭਾਣਾ, ਉਸੇ ਦੀ ਮਰਜ਼ੀ ਚੱਲਣੀ ਹੈ ਨਾ, ਜਿਸ ਨੇ ਕੀਤਾ, ਜਿਸ ਨੇ ਬਣਾਇਆ। ਹਾਂਜੀ, ਜੋ ਤਿਨ ਕਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰਿਆ। ਜੋ ਇਸ ਜੀਵ ਨੇ ਕੀਤਾ ਉਹ ਇਹਦੇ ਕੀਤੇ ਹੋਏ ਕਰਮ ਹੀ ਇਹਦੇ ਅੱਗੇ ਆਏ ਨੇ। ਜੋ ਇਸ ਦੇ ਕੀਤੇ ਕਰਮ ਨੇ ਉਹੀ ਇਹਦੇ ਅੱਗੇ ਆਏ ਨੇ। ਅਸੀਂ ਜੋ ਕਰ ਰਹੇ ਹਾਂ ਉਹੀ ਸਾਡੇ ਅੱਗੇ ਆਉਣਾ। ਇਹ ਬੰਦੇ ਨੂੰ ਭੁਲੇਖਾ ਹੈ ਕਿ ਸ਼ਾਇਦ ਜੋ ਮੈਂ ਕਰ ਰਿਹਾ ਇਹਦਾ ਮੈਨੂੰ ਕੋਈ ਹਰਜਾਨਾ ਨਹੀਂ ਭੁਗਤਣਾ ਪੈਣਾ। ਜੋ ਜੀਵ ਜੋ ਕਰ ਰਹੇ ਨੇ ਉਹ ਅੱਗੇ ਆਉਣਾ ਹੀ ਆਉਣਾ ਹੈ। ਇਹ ਅਵਸ਼ ਹੈ, ਇਹ ਟਲ ਨਹੀਂ ਸਕਦਾ। ਜੈਸੇ ਜੈਸੇ ਕਰਮ ਕਰ ਰਹੇ ਨੇ, ਜੋ ਹੁਣ ਮਿਲ ਰਿਹਾ ਇਹੀ ਸਾਡੇ ਕੀਤੇ ਕਰਮਾਂ ਦਾ ਹੀ ਫਲ ਹੈ। ਧ੍ਰਿਤਰਾਸ਼ਟਰ ਪੁੱਛਦਾ ਕ੍ਰਿਸ਼ਨ ਜੀ ਨੂੰ, ਮੈਂ ਅੰਨਾ ਕਿਉਂ ਹਾਂ? ਅੱਖਾਂ ਨਹੀਂ ਹਨ ਮੇਰੀਆਂ, ਮੈਂ ਪਿਛਲੇ 100 ਜਨਮਾਂ ਦੀ ਸੋਝੀ ਰੱਖਦਾ। ਪਿਛਲੇ 100 ਜਨਮਾਂ 'ਚ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ।
ਅੱਖਾਂ ਅੰਨੀਆਂ ਕਿਉਂ ਨੇ? ਫਿਰ ਮੈਂ 100 ਪੁੱਤਰ ਸੀ ਮੇਰੇ, 100 ਦੇ 100 ਮਾਰੇ ਗਏ ਨੇ, ਇਹ ਮੈਨੂੰ ਕਿਸ ਕਰਮ ਦੀ ਸਜ਼ਾ ਮਿਲੀ? ਮੈਂ ਤਾਂ ਪਿਛਲੇ 100 ਜਨਮਾਂ 'ਚ ਕਿਸੇ ਦਾ ਮਾੜਾ ਨਹੀਂ ਕੀਤਾ। ਭਗਵਾਨ ਜੀ ਕਹਿੰਦੇ ਕੇਵਲ ਪਿਛਲੇ 100 ਜਨਮਾਂ ਨੂੰ ਵੇਖਣ ਤੋਂ ਬਾਅਦ ਤੂੰ ਇਹ ਨਹੀਂ ਕਹਿ ਸਕਦਾ ਕਿ ਉਸ ਤੋਂ ਪਹਿਲਾਂ ਤੇਰਾ ਜਨਮ ਨਹੀਂ ਸੀ, ਕਿ 100 ਜਨਮ ਪਹਿਲਾਂ ਹੀ ਤੇਰੀ ਯਾਤਰਾ ਥੋੜੀ ਚੱਲੀ ਹੋਵੇਗੀ। ਉਸ ਤੋਂ ਪਹਿਲਾਂ ਵੀ ਤਾਂ ਸੰਸਾਰ ਸੀ, ਉਹਦੇ 'ਚ ਤੂੰ ਪਹਿਲਾਂ ਵੀ ਕਿਤੇ ਜਨਮਿਆ ਹੋਵੇਗਾ। 100 ਜਨਮ ਤੋਂ ਥੋੜਾ ਹੋਰ ਪਿੱਛੇ ਚੱਲ ਕੇ ਵੇਖ, ਸ਼ਾਇਦ ਤੈਨੂੰ ਦਿਸ ਜਾਏ ਕਿ ਤੂੰ ਕਿਹੜੇ ਕਰਮ ਕੀਤੇ ਨੇ। ਕਹਿੰਦਾ ਉੱਥੇ ਤੱਕ ਤਾਂ ਮੈਂ ਨਹੀਂ ਜਾ ਸਕਦਾ। ਭਗਵਾਨ ਜੀ ਕਹਿੰਦੇ ਅਸੀਂ ਲੈ ਚੱਲਦੇ ਹਾਂ, ਚੱਲ ਪਿੱਛੇ। ਕੀ ਵੇਖਦਾ ਹੈ? ਇੱਕ ਬਾਲਕ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਵੇਖ ਰਿਹਾ ਹੈ। ਇੱਕ ਛੋਟਾ ਜਿਹਾ ਟਿੱਡਾ ਹੈ, ਉਸ ਟਿੱਡੇ ਦੀ ਅੱਖ ਦੇ ਵਿੱਚ ਇੱਕ ਸੂਲ ਲੈ ਕੇ, ਜਿਹਨੂੰ ਕੰਡਾ ਆਪਾਂ ਕਹਾਂਗੇ, ਤਿੱਖਾ ਲੈ ਕੇ ਉਸ ਟਿੱਡੇ ਦੀਆਂ ਅੱਖਾਂ ਦੇ ਵਿੱਚ ਪਾ ਕੇ ਆਰ ਪਾਰ ਕਰਕੇ ਉਹਨੂੰ ਅੰਨਾ ਕਰ ਰਿਹਾ ਹੈ। ਇੱਕਦਮ ਡਰਿਆ, ਹਾਂ ਇਸੇ ਕਰਮ ਦੀ ਸਜ਼ਾ 100 ਜਨਮਾਂ 'ਚ ਕਿਉਂ ਨਹੀਂ ਮਿਲੀ? ਕਹਿੰਦੇ 100 ਜਨਮਾਂ ਤੱਕ ਤੇਰੇ ਪੁੰਨ ਕਰਮ ਇੰਨੇ ਸਨ ਕਿ ਉਹ ਮਾੜਾ ਕਰਮ ਅੱਗੇ ਆਇਆ ਹੀ ਨਹੀਂ। ਪੁੰਨ ਕਰਮ ਸਮਾਪਤ ਹੋਏ ਨੇ ਤੇ ਹੁਣ ਉਸ ਮਾੜੇ ਕਰਮ ਦਾ ਫਲ ਮਿਲਣਾ ਸੀ, ਕਿਉਂਕਿ ਪਹਿਲਾਂ ਪੁੰਨ ਕਰਮ ਸਮਾਪਤ ਹੁੰਦੇ ਨੇ, ਫਿਰ ਮੜ ਕੇ ਪਾਪ ਕਰਮ ਅੱਗੇ ਆਉਂਦੇ। ਫਿਰ ਕਹਿੰਦਾ 100 ਪੁੱਤਰ ਮਾਰੇ ਗਏ ਨੇ, ਇਹਦਾ ਕੀ ਕਾਰਨ? ਵੇਖਦਾ ਹੈ ਕਿ ਰਾਜੇ ਦੀ ਜੂਨ ਵਿੱਚ ਹੈ, ਸ਼ਿਕਾਰ ਕਰਕੇ ਰੋਜ਼ ਮਾਸ ਖਾਂਦਾ ਹੈ। ਇੱਕ ਦਿਨ ਬਾਰਿਸ਼ ਪੈਂਦੀ ਸੀ, ਸ਼ਿਕਾਰ ਤੇ ਨਹੀਂ ਜਾ ਸਕਿਆ। ਕਹਿੰਦਾ ਮਾਸ ਬਿਨਾਂ ਤਾਂ ਮੈਂ ਰੋਟੀ ਨਹੀਂ ਖਾਣੀ। ਹੰਸਾਂ ਦੇ ਜੋੜੇ ਸਨ ਇਹਦੇ ਕੋਲ, ਉਹਦੇ ਵਿੱਚੋਂ ਇੱਕ ਹੰਸ ਦਾ ਬੱਚਾ ਮਾਰਿਆ, ਉਹਦਾ ਮਾਸ ਖਾਧਾ, ਬੜਾ ਸਵਾਦ ਲੱਗਾ। ਅਗਲੇ ਦਿਨ ਦੂਸਰਾ ਖਾ ਲਿਆ, ਤੀਸਰੇ ਦਿਨ ਤੀਸਰਾ ਖਾ ਲਿਆ। ਇੱਦਾਂ 100 ਬੱਚੇ ਸੀ ਹੰਸਾਂ ਦੇ, 100 ਦੇ 100 ਹੀ ਸਮਾਪਤ ਕਰ ਦਿੱਤੇ। ਉਹ ਫਲ ਪਾਪ ਕਰਮ ਦਾ ਹੁਣ ਤੈਨੂੰ ਪ੍ਰਾਪਤ ਹੋ ਰਿਹਾ ਹੈ। ਇਹ ਕਥਾਵਾਂ ਨੇ ਪੁਰਾਣਕ, ਪਰ ਇਹਨਾਂ 'ਚ ਸੰਕੇਤ ਨੇ। ਸੰਕੇਤ ਇਹ ਨੇ ਕਿ ਜੋ ਅਸੀਂ ਕਰਦੇ ਹਾਂ ਉਹ ਸਾਡੇ ਅੱਗੇ ਆ ਜਾਂਦਾ। ਪੁੰਨ ਕਰਮਾਂ ਦਾ ਪ੍ਰਭਾਵ ਵੱਧ ਹੋਵੇ ਤੇ ਮਾੜੇ ਕਰਮਾਂ ਨੂੰ ਉਗਦਿਆਂ ਥੋੜਾ ਜਿਹਾ ਸਮਾਂ ਲੱਗ ਜਾਂਦਾ। ਪੁੰਨ ਕਰਮ ਵੱਧ ਹੋਣ ਤੇ ਮਾੜੇ ਕਰਮਾਂ ਦਾ ਫਲ ਆਉਂਦਿਆਂ ਨੂੰ ਕੁਝ ਸਮਾਂ ਲੱਗ ਜਾਂਦਾ, ਪਰ ਆਉਂਦੇ ਜ਼ਰੂਰ ਨੇ। ਇਸ ਕਰਕੇ ਕਹਿੰਦੇ ਜੋ ਕੀਤਾ ਸੀ ਇਸ ਜੀਵ ਨੇ ਉਹੀ ਇਹਦੇ ਅੱਗੇ ਆਇਆ ਹੈ। ਅਸੀਂ ਕਿ ਹੁਕਮ ਕਰੇ ਹਾਂ, ਅਸੀਂ ਕੀ ਹੁਕਮ ਕਰਕੇ ਕਹਿ ਸਕਦੇ ਹਾਂ ਕਿ ਹੇ ਰੱਬਾ ਇਸ ਕਰਮ ਦਾ ਫਲ ਇਹਨੂੰ ਨਾ ਦੇਈਂ? ਕੀ ਹੁਕਮ ਕਰਕੇ ਕਹਿ ਸਕਦੇ ਹਾਂ? ਜੋ ਕੀਤਾ ਉਹੀ ਤਾਂ ਮਿਲ ਰਿਹਾ ਹੈ। ਹੁਣ ਉਸ ਵਾਹਿਗੁਰੂ ਨੂੰ ਕਿਵੇਂ ਹੁਕਮ ਕਰੀਏ, ਕਿਵੇਂ ਆਖੀਏ ਕਿ ਹੇ ਵਾਹਿਗੁਰੂ ਏਦਾਂ ਨਾ ਕਰ? ਹਾਂਜੀ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏਹਾ। ਹੇ ਸਖੀਓ ਆਵੋ, ਮਿਲੋ ਸਾਧ ਸੰਗਤ ਵਿੱਚ ਮਿਲ ਕੇ ਇਕੱਤਰ ਹੋਵੋ ਔਰ ਅਕਾਲ ਪੁਰਖ ਪਰਮੇਸ਼ਰ ਦੇ ਸੱਚੇ ਨਾਮ ਨੂੰ ਲੈਣਾ ਕਰੋ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣ ਐਸਾ ਕੋਏ। ਮਰਨ ਨੂੰ ਤਾਂ ਲੋਕ ਮੰਦਾ ਕਹਿੰਦੇ ਹਨ, ਮਾੜਾ ਕਹਿੰਦੇ ਹਨ, ਪਰ ਇਹੋ ਜਿਹਾ ਮਰਨਾ ਮਾੜਾ ਨਹੀਂ ਹੁੰਦਾ ਜੇ ਕੋਈ ਆਪਣੇ ਅੰਦਰੋਂ ਆਪਣੇ ਜੀਵਤ ਭਾਵ ਨੂੰ ਮਾਰ ਦਿੰਦਾ ਹੈ। ਜੇ ਕੋਈ ਇਉਂ ਮਰ ਜਾਣੇ ਜਿਹੜਾ ਆਪਣੇ ਅੰਦਰੋਂ ਆਪਣੇ ਜੀਵਤ ਭਾਵ ਨੂੰ ਮਾਰ ਦਿੰਦਾ ਹੈ, ਜਾਂ ਜਿਹੜਾ ਆਪਣੀ ਦੇਸ਼ ਆਪਣੀ ਕੌਮ ਲਈ ਆਪਣੇ ਧਰਮ ਲਈ ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ, ਜੇ ਕੋਈ ਇਹੋ ਜਿਹਾ ਮਰ ਜਾਣੇ ਤਾਂ ਇਹੋ ਜਿਹੇ ਮਰਨੇ ਨੂੰ ਮਾੜਾ ਨਹੀਂ ਕਿਹਾ ਜਾਂਦਾ।
ਸੇਵਿਓ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਆਪਣੇ ਸਮਰੱਥ ਸਾਹਿਬ ਨੂੰ ਸੇਵੋ, ਆਪਣੇ ਸਮਰੱਥ ਸਾਹਿਬ ਦੀ ਸੇਵਾ ਕਰਕੇ ਆਰਾਧਨਾ ਕਰੋ। ਜਦੋਂ ਤੁਸੀਂ ਆਪਣੇ ਸਾਹਿਬ ਨੂੰ ਸੇਵੋਗੇ ਤੇ ਤੁਹਾਡਾ ਅਗਲਾ ਰਾਹ ਸੁਖਾਲਾ ਹੋ ਜਾਏਗਾ। ਪੰਥ ਸੁਹੇਲਾ ਆਗੈ ਹੋਏ, ਤੁਹਾਡਾ ਜਿਹੜਾ ਅਗਲਾ ਰਸਤਾ ਹੈ ਉਹ ਸੁਖੱਲਾ ਹੋ ਜਾਏਗਾ, ਸੁਹੇਲਾ ਹੋ ਜਾਵੇਗਾ। ਪੰਥ ਸੁਹੇਲਾ ਜਾਵੋ, ਤਾਂ ਫਲ ਪਾਵੋ, ਆਗੈ ਮਿਲੈ ਵਡਾਈ। ਮਹਾਰਾਜ ਜੀ ਫਰਮਾਉਂਦੇ ਐ, ਪੰਥ ਸੁਹੇਲਾ ਜਾਵੋ ਤਾਂ ਫਲ ਪਾਵੋ। ਜਦੋਂ ਸੁਖਦਾਈ ਰਾਹ ਤੇ ਚੱਲੋਗੇ ਫਿਰ ਤੁਹਾਨੂੰ ਆਪਣੀ ਕੀਤੀ ਭਗਤੀ ਬੰਦਗੀ ਦਾ ਫਲ ਪ੍ਰਾਪਤ ਹੋਵੇਗਾ। ਅੱਗੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਵਿੱਚ ਵਡਿਆਈ ਮਿਲੇਗੀ, ਅਕਾਲ ਪੁਰਖ ਦੇ ਘਰ ਦੇ ਵਿੱਚ ਸੋਭਾ ਪ੍ਰਾਪਤ ਹੋਵੇਗੀ। ਭੇਟੈ ਸਿਉ ਜਾਵੋ, ਸੱਚ ਸਮਾਵੋ, ਤਾਂ ਪਤ ਲਿਖੈ ਪਾਈ। ਪਾਰ ਬ੍ਰਹਮ ਪਰਮੇਸ਼ਰ ਦੇ ਘਰ ਜਾਣਾ, ਖਾਲੀ ਹੱਥ ਥੋੜੀ ਜਾਏਗਾ, ਉੱਥੇ ਭੇਟਾ ਲੈ ਕੇ ਜਾਣਾ ਪੈਣਾ। ਭੇਟਾ ਕਿਹੜੀ ਆ? ਪਰਮੇਸ਼ਰ ਦੇ ਭਜਨ ਦੀ ਭੇਟਾ, ਅਕਾਲ ਪੁਰਖ ਦੇ ਨਾਮ ਜਪਣ ਦੀ ਭੇਟਾ ਸਹਿਤ ਜਦੋਂ ਵਾਹਿਗੁਰੂ ਦੇ ਘਰ ਵਿੱਚ ਜਾਵੇਂਗਾ, ਉੱਥੇ ਤੇਰੀ ਉਸ ਸੱਚ ਸਰੂਪ ਪਰਮੇਸ਼ਰ 'ਚ ਸਮਾਈ ਹੋਵੇਗੀ। ਔਰ ਤਾਂ ਪਤ ਲੇਖੈ ਪਾਈ, ਤੇਰੀ ਪ੍ਰਤਿਸ਼ਠਾ, ਤੇਰੀ ਪਤ ਤਾਂ ਲੇਖੇ ਵਿੱਚ ਪਾਈ ਜਾਏਗੀ। ਮਹਿਲੀ ਜਾਏ ਪਾਵੋ, ਖਸਮੈ ਭਾਵੋ, ਰੰਗ ਸਿਉ ਰਲਿਆ ਮਾਣ। ਉਹ ਅਕਾਲ ਪੁਰਖ ਜੀ ਦੇ ਸੋਹਣੇ ਸਰੂਪ ਵਿੱਚ ਜਾ ਕੇ ਅਭੇਦ ਹੋ ਜਾਂਦੇ ਨੇ। ਮਹਿਲੀ ਜਾਏ ਪਾਵੋ, ਸੋਹਣੇ ਮਹਿਲ ਸਰੂਪ ਵਿੱਚ ਪ੍ਰਾਪਤ ਹੁੰਦੇ। ਖਸਮੈ ਭਾਵੋ, ਆਪਣੇ ਖਸਮ ਪਰਮੇਸ਼ਰ ਨੂੰ ਭਾ ਜਾਂਦੇ ਹਨ। ਰੰਗ ਸਿਉ ਰਲਿਆ ਮਾਣ, ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਉਹ ਅਕਾਲ ਪੁਰਖ ਦੀ ਅਭੇਦਤਾ ਦਾ ਆਨੰਦ ਮਾਣਦੇ ਹਨ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੈ। ਇਹ ਭਾਈ ਮਰਨ ਨੂੰ ਮਾੜਾ ਨਾ ਕਹੋ, ਜੇ ਕੋਈ ਇਉਂ ਮਰ ਜਾਣਾ ਜਾਣਦਾ ਹੋਵੇ। ਕਿਵੇਂ? ਜਿਵੇਂ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਦਿੱਤੀ ਹੈ, ਭਾਈ ਤਾਰੂ ਸਿੰਘ ਜੀ, ਬਾਬਾ ਦੀਪ ਸਿੰਘ ਜੀ ਵਰਗੇ ਸੂਰਮੇ ਯੋਧੇ ਆਪਣਾ ਆਪ ਕੁਰਬਾਨ ਕਰ ਗਏ ਨੇ। ਜੇ ਕੋਈ ਇਸ ਤਰ੍ਹਾਂ ਮਰਨਾ ਜਾਣਦਾ ਹੈ ਤਾਂ ਇਸ ਮਰਨ ਨੂੰ ਮਾੜਾ ਨਹੀਂ ਕਿਹਾ ਜਾਂਦਾ। ਐਸੇ ਮਰਨੇ ਦੇ ਉੱਤੇ ਲੋਕ ਵੀ ਮਾਣ ਤੇ ਫਕਰ ਮਹਿਸੂਸ ਕਰਦੇ ਨੇ ਕਿ ਸਾਡੀ ਕੌਮ ਦਾ, ਸਾਡੇ ਪੰਥ ਦਾ ਇਹ ਯੋਧਾ ਸੂਰਮਿਆਂ ਵਾਂਗੂ, ਬਹਾਦਰਾਂ ਵਾਂਗੂ ਸ਼ਹੀਦ ਹੋਇਆ। ਹਾਂਜੀ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਮਰਨਾ ਜਿਹੜੇ ਸੂਰਮੇ ਨੇ, ਯੋਧੇ ਨੇ, ਉਹਨਾਂ ਦਾ ਮਰਨਾ ਸੱਚ ਹੈ। ਮਰਨ ਮੁਨਸਾ ਸੂਰਿਆ ਹੱਕ ਹੈ, ਸੂਰਮਿਆਂ ਦਾ ਮਰਨਾ ਸੱਚਾ ਹੈ, ਕਿਉਂਕਿ ਉਹ ਮਰਨ ਤੋਂ ਬਾਅਦ ਆਪਣੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਨਿਰੰਕਾਰ ਦੇ ਘਰ ਵਿੱਚ ਉਹਨਾਂ ਦਾ ਮਰਨਾ ਪ੍ਰਵਾਨ ਹੈ। ਸੂਰੇ ਸਈ ਆਗੈ ਆਖੀਐ, ਦਰਗਹਿ ਪਾਵਹਿ ਸਾਚੀ ਮਾਣੋ। ਉਹੀ ਉਸ ਨਿਰੰਕਾਰ ਦੇ ਘਰ ਦੇ ਵਿੱਚ ਅੱਗੇ ਸੂਰਮੇ ਕਹੇ ਜਾਂਦੇ ਹਨ, ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਨੂੰ ਸੱਚਾ ਮਾਣ ਪ੍ਰਾਪਤ ਹੁੰਦਾ ਹੈ। ਦਰਗਹਿ ਮਾਣ ਪਾਵਹਿ, ਪਤ ਸਿਉ ਜਾਵਹਿ, ਆਗੈ ਦੁਖ ਨਾ ਲਾਗੈ। ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਉਹ ਮਾਣ ਪਾਉਂਦੇ ਹਨ, ਔਰ ਪਤ ਸਹਿਤ, ਇੱਜ਼ਤ ਸਹਿਤ ਪਰਮੇਸ਼ਰ ਦੇ ਘਰ ਵਿੱਚ ਜਾ ਕੇ ਅਕਾਲ ਪੁਰਖ ਦੇ ਸਰੂਪ 'ਚ ਅਭੇਦ ਹੁੰਦੇ ਨੇ। ਉਹਨਾਂ ਨੂੰ ਅੱਗੇ ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ। ਕਰ ਏਕ ਧਿਆਵਹਿ, ਤਾਂ ਫਲ ਪਾਵਹਿ,
ਜਿਤ ਸੇਵਿਆ ਭਉ ਭਾਗੈ। ਉਹ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦੇ ਨੇ ਤਾਂ ਸਰੂਪ ਰੂਪੀ ਫਲ ਦੀ ਪ੍ਰਾਪਤੀ ਕਰਦੇ ਨੇ। ਅਕਾਲ ਪੁਰਖ ਵਾਹਿਗੁਰੂ ਐਸਾ ਹੈ ਜਿਸ ਨੂੰ ਸੇਵ ਕੇ ਸਾਰੇ ਭਉ ਲੱਥ ਜਾਂਦੇ ਹਨ, ਸਾਰੇ ਡਰ ਸਾਰੇ ਭੈ ਨਿਰਵਿਰਤ ਹੋ ਜਾਂਦੇ ਹਨ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣ ਜਾਣੋ। ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਉੱਚਾ ਤਾਂ ਕਹੀਏ ਜੇ ਪਰਮੇਸ਼ਰ ਸੁਣਦਾ ਨਾ ਹੋਵੇ, ਇਸ ਕਰਕੇ ਉੱਚਾ ਕਾਹਨੂੰ ਕਹਿਣਾ। ਆਪਣੇ ਮਨ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਪੁਕਾਰ ਕਰੀਏ। ਮਨ ਮਹਿ ਸਹਿਣਾ, ਹਿਰਦੇ ਵਿੱਚ ਹੀ ਮਨ 'ਚ ਹੀ ਰਹਿਣਾ, ਮਨ ਮਹਿ ਰਹਿਣਾ। ਆਪੇ ਜਾਣਾ ਜਾਣੋ, ਜਾਣੀ ਜਾਣ ਆਪ ਜਾਣਦਾ। ਬੋਲ ਕੇ ਤਾਂ ਕਹਾਂ ਜੇ ਉਹਨੂੰ ਪਤਾ ਨਾ ਹੋਵੇ। ਆਖਿਆ ਜੇ ਬੋਲ ਕੇ ਤਾਂ ਕਹੀਏ ਜੇ ਉਹਨੂੰ ਪਤਾ ਨਾ ਹੋਵੇ ਤੇ ਫਿਰ ਕਿਉਂ ਬੋਲ ਕੇ ਰੋਜ਼ ਅਰਦਾਸ ਕਰਦੇ ਹਾਂ। ਕਿਉਂਕਿ ਰਸਨਾ ਤੋਂ ਬੋਲਦਿਆਂ ਬੋਲਦਿਆਂ ਹੀ ਸੁਰਤ ਪਰਮੇਸ਼ਰ ਦੇ ਚਰਨਾਂ ਨਾਲ ਜੁੜਨੀ ਸ਼ੁਰੂ ਹੁੰਦੀ ਹੈ। ਨਾ ਬੋਲਾਂਗੇ ਰਸਨਾ ਤੋਂ ਵਾਹਿਗੁਰੂ 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 ਤੇ ਸੁਰਤ ਨੇ ਵਾਹਿਗੁਰੂ ਕਿੱਥੇ ਕਰਨਾ। ਤਰੀਕਾ ਤਾਂ ਇਹੀ ਹੈ ਨਾ। ਸਾਡਾ ਕਰਤੱਵ ਹੈ ਕਿ ਅਸੀਂ ਬੋਲ ਕੇ ਦੱਸਣਾ। ਮਾਂ ਨੂੰ ਪਤਾ ਹੁੰਦਾ ਕਿ ਮੈਂ ਆਪਣੇ ਬੱਚੇ ਨੂੰ 2 ਘੰਟੇ ਪਹਿਲਾਂ ਦੁੱਧ ਪਿਲਾਇਆ ਸੀ। ਉਹ ਵਿਅਸਤ ਹੈ ਸੱਜੇ ਖੱਬੇ ਕੰਮਾਂ ਵਿੱਚ। ਉਹਨੂੰ ਪਤਾ ਹੈ ਕਿ ਹੁਣ ਉਹਨੂੰ ਭੁੱਖ ਲੱਗੀ ਹੋਣੀ ਹੈ, ਪਰ ਉਹ ਫਿਰ ਵੀ ਕੰਮਾਂ ਕਾਰਾਂ 'ਚ ਵਿਅਸਤ ਰਹਿੰਦੀ ਹੈ। ਜਾਣਦੀ ਵੀ ਆ ਕਿ ਹੁਣ ਉਹਨੂੰ ਦੁੱਧ ਦੀ ਲੋੜ ਹੈ, ਪਰ ਜਦੋਂ ਬੱਚਾ ਰੋਂਦਾ ਤੇ ਭੱਜ ਕੇ ਜਾ ਕੇ ਚੁੱਕ ਕੇ ਆਪਣੀ ਛਾਤੀ ਨਾਲ ਲਾ ਲੈਂਦੀ ਹੈ। ਪਰਮੇਸ਼ਰ ਪਤਾ ਹੈ, ਜਾਣਦਾ ਸਾਨੂੰ ਕੀ ਚਾਹੀਦਾ, ਪਰ ਸਾਡਾ ਕਰਤੱਵ ਹੈ ਉਹਦੇ ਅੱਗੇ ਪੁਕਾਰ ਕਰਨੀ। ਜਦੋਂ ਪੁਕਾਰਦੇ ਹਾਂ ਉਸ ਵਾਹਿਗੁਰੂ ਨੂੰ ਤਾਂ ਨਿਰੰਕਾਰ ਜੀ ਰਾਤ ਦਿਨ ਦੇ ਕੂਕਣੇ ਨੂੰ ਵੇਖ ਕੇ ਆਪਣੇ ਗਲ ਨਾਲ ਕਿਤੇ ਨਾ ਕਿਤੇ ਕਦੇ ਨਾ ਕਦੇ ਲਾ ਹੀ ਲੈਂਦੇ ਹਨ। ਇਸ ਕਰਕੇ ਸਾਹਿਬ ਜੀ ਫਰਮਾਉਂਦੇ ਨੇ, ਉੱਚਾ ਨਹੀਂ ਕਹਿਣ ਦੀ ਲੋੜ, ਮਨ ਵਿੱਚ ਹੀ ਰਹੋ। ਉਹ ਜਾਣੀ ਜਾਣ ਵਾਹਿਗੁਰੂ ਆਪ ਸਭ ਕੁਝ ਜਾਣਦਾ ਹੈ। ਮਰਨ ਮੁਨਸਾਂ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਮਰਨਾ ਸੂਰਮਿਆਂ ਦਾ ਹੱਕ ਹੈ, ਸੱਚਾ ਹੈ। ਮਰਨਾ ਉਹਨਾਂ ਮਨੁੱਖਾਂ ਸੂਰਮਿਆਂ ਦਾ ਸੱਚਾ ਹੈ ਜਿਹੜੇ ਮਰਨ ਤੋਂ ਬਾਅਦ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ, ਅਕਾਲ ਪੁਰਖ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੇ ਹਨ। ਉਹਨਾਂ ਦਾ ਮਰਨਾ ਪ੍ਰਵਾਨ ਹੈ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਆ, ਕਿਹਨੂੰ ਰੋਈਏ ਬਾਬਾ, ਇਹ ਸੰਸਾਰ ਇੱਕ ਬਾਜੀ ਹੈ। ਕੋਈ ਇਸ ਬਾਜੀ ਨੂੰ ਜਿੱਤ ਕੇ ਜਾ ਰਿਹਾ ਹੈ, ਕੋਈ ਇਸ ਮਨੁੱਖ ਜਨਮ ਦੀ ਬਾਜੀ ਨੂੰ ਹਾਰ ਕੇ ਜਾ ਰਿਹਾ ਹੈ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਪਰਮੇਸ਼ਰ ਆਪਣਾ ਕੀਤਾ ਹੋਇਆ ਵੇਖਦਾ ਹੈ। ਉਹ ਸਾਹਿਬ ਇਹ ਸਾਰੇ ਪਸਾਰੇ ਨੂੰ ਕਰਕੇ ਫਿਰ ਇਹਨੂੰ ਸਾਰੇ ਪਸਾਰੇ ਨੂੰ ਵੇਖਦਾ ਵੀ ਹੈ। ਐਸਾ ਨਹੀਂ ਕਿ ਕਰਨ ਤੋਂ ਬਾਅਦ ਵੇਖਿਆ ਹੀ ਨਹੀਂ, ਮੁੜ ਕੇ ਕਰ ਕਰਕੇ ਸਾਰੇ ਪਸਾਰੇ ਨੂੰ ਫਿਰ ਸਭ ਨੂੰ ਵੇਖਦਾ, ਯਾਨੀ ਕਿ ਸੰਭਾਲਦਾ ਹੈ। ਕੁਦਰਤ ਕਰੇ ਵਿਚਾਰੋ। ਉਹ ਆਪਣੀ ਕੁਦਰਤ ਨੂੰ ਆਪ ਵਿਚਾਰਦਾ ਹੈ। ਕੁਦਰਤ ਨਾਮ ਸ਼ਕਤੀ ਦਾ ਹੈ। ਉਹ ਆਪਣੀ ਸਵੈ ਸ਼ਕਤੀ ਨੂੰ ਆਪ ਵਿਚਾਰ ਕੇ ਕੀਤੇ ਹੋਏ ਆਪਣੇ ਸਾਰੇ ਪਸਾਰੇ ਨੂੰ ਵੇਖਦਾ ਤੇ ਸੰਭਾਲਦਾ ਹੈ। ਕੁਦਰਤ ਵਿਚਾਰੇ ਧਾਰਣ ਧਾਰੇ, ਜਿਨ ਕੀਆ ਸੋ ਜਾਣੈ। ਉਹ ਆਪਣੀ ਕੁਦਰਤ ਨੂੰ ਆਪ ਵਿਚਾਰ ਕੇ ਸਾਰੀ ਪ੍ਰਕਿਰਤੀ ਸਾਰੀ ਧਰਤੀ ਨੂੰ ਧਾਰਨ ਕਰਨ ਵਾਲਾ ਹੈ, ਯਾਨੀ ਕਿ ਸਭ ਦਾ ਆਸਰਾ ਹੈ। ਜਿਸ ਨੇ ਕੀਤਾ ਹੈ ਇਹ ਸਾਰਾ ਪਸਾਰਾ, ਉਹ ਜਾਣੀ ਜਾਣੇ ਦੇ ਬਾਰੇ ਜਾਣਦਾ ਹੈ। ਜਿਨ ਕੀਆ
ਸੋ ਜਾਣੈ। ਜਿਸ ਨੇ ਕੀਤਾ ਹੈ ਇਹ ਸਾਰਾ ਪਸਾਰਾ, ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਇਸ ਸਾਰੇ ਪਸਾਰੇ ਨੂੰ ਜਾਣਦਾ ਹੈ। ਆਪੇ ਵੇਖੈ ਆਪੇ ਬੁਝੈ, ਆਪੇ ਹੁਕਮ ਪਛਾਣੈ। ਆਪ ਹੀ ਵੇਖਦਾ ਵਾਹਿਗੁਰੂ, ਆਪ ਹੀ ਸਭ ਕੁਝ ਬੁੱਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਕਰਕੇ ਫਿਰ ਆਪਣੇ ਸਵੈ ਹੁਕਮ ਨੂੰ ਪਛਾਣਦਾ ਹੈ। ਜਿਨ ਕਿਛ ਕੀਆ ਸੋਈ ਜਾਣੈ, ਤਾ ਕਾ ਰੂਪ ਅਪਾਰੋ। ਜਿਸ ਨੇ ਸਭ ਕੁਝ ਕੀਤਾ ਉਹ ਜਾਣਦਾ ਹੈ। ਉਹ ਆਪਣੇ ਕੀਤੇ ਹੋਏ ਜੀਵਾਂ ਬਾਰੇ ਜਾਣਦਾ ਹੈ। ਅਸੀਂ ਸਭ ਉਸੇ ਦੇ ਕੀਤੇ ਹੋਏ ਹਾਂ। ਸਾਡੇ ਕੱਲੇ ਕੱਲੇ ਦੀ ਜਾਣਕਾਰੀ ਉਸ ਵਾਹਿਗੁਰੂ ਦੇ ਕੋਲ ਹੈ। ਪਲ ਪਲ ਦੀ ਨਿਮਖ ਨਿਮਖ ਦੀ ਜਾਣਕਾਰੀ ਪਰਮੇਸ਼ਰ ਦੇ ਕੋਲ ਹੈ। ਉਹ ਜਾਣਦਾ ਹੈ। ਲੋਕਾਂ 'ਚ ਟਾਰਾਂ ਮਾਰ ਕੇ ਅਸੀਂ ਜੋ ਮਰਜ਼ੀ ਆਖੀ ਜਾਈਏ, ਮੈਂ ਤਾਂ ਬੜਾ ਵੱਡਾ ਗਿਆਨੀ ਹਾਂ, ਜਾਂ ਮੈਂ ਤਾਂ ਜੀ ਬੜਾ ਨੇਕ ਖਿਆਲਾਂ ਵਾਲਾ, ਜਾਂ ਕਹਿੰਦੇ ਫਿਰੀਏ ਲੋਕਾਂ 'ਚ ਜੀ ਮੈਂ ਤਾਂ ਕਦੇ ਮਨ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਚਿਤਵਿਆ, ਕਰਨਾ ਤਾਂ ਦੂਰ ਰਿਹਾ। ਪਰ ਵਾਹਿਗੁਰੂ ਤਾਂ ਜਾਣਦਾ ਹੈ, ਅਕਾਲ ਪੁਰਖ ਜਾਣਦਾ ਹੈ। ਇਹ ਗੱਲ ਕਹਿਣ ਤੋਂ ਪਹਿਲਾਂ ਮਨੁੱਖ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਮੈਂ ਦੁਨੀਆ ਨੂੰ ਤਾਂ ਕਹਿ ਕੇ ਉਲਝੇਵੇਂ 'ਚ ਪਾ ਸਕਦਾ ਹਾਂ, ਪਰ ਮੇਰਾ ਵਾਹਿਗੁਰੂ ਤਾਂ ਜਾਣਦਾ ਨਾ, ਮੇਰਾ ਅਕਾਲ ਪੁਰਖ ਤਾਂ ਜਾਣਦਾ ਨਾ ਵੀ ਮੈਂ ਕੀ ਸੋਚਦਾ ਹਾਂ, ਮੇਰੇ ਅੰਦਰ ਦੇ ਕੀ ਖਿਆਲਾਤ ਨੇ, ਮੈਂ ਕਿਸੇ ਦਾ ਬੁਰਾ ਚਿਤਵਦਾ ਹਾਂ ਕਿ ਨਹੀਂ ਚਿਤਵਦਾ। ਇਹ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਂ ਜਾਣਦਾ ਨਾ, ਉਹਦੇ ਕੋਲੋਂ ਤਾਂ ਨਹੀਂ ਲੁਕਾਇਆ ਜਾ ਸਕਦਾ। ਇਸ ਕਰਕੇ ਸਾਹਿਬ ਜੀ ਫਰਮਾਉਂਦੇ ਨੇ, ਜਿਸ ਨੇ ਸਭ ਕੁਝ ਕੀਤਾ ਉਹ ਜਾਣਦਾ ਹੈ। ਤਾਕਾ ਰੂਪ ਅਪਾਰੋ ਦਾ ਜਿਹੜਾ ਰੂਪ ਹੈ ਨਾ, ਉਹ ਪਾਰਾਵਾਰ ਤੋਂ ਰਹਿਤਾ ਹੈ। ਅਪਾਰੋ ਦਾ ਮਤਲਬ ਨਾ ਉਰਲੇ ਪਾਸੇ ਦਾ ਪਤਾ ਨਾ ਪਾਰਲੇ ਪਾਸੇ ਦਾ ਪਤਾ, ਨੂੰ ਕਹਿੰਦੇ ਨੇ ਪਾਰ ਉਰਾਰ ਤੋਂ ਪਰੇ ਅਪਾਰੋ। ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਰੂਪ ਹੈ ਉਹ ਪਾਰਾਵਾਰ ਤੋਂ ਰਹਿਤ ਹੈ। ਜਿਸ ਨੇ ਸਾਰਾ ਕੁਝ ਕੀਤਾ ਉਹੀ ਇਸ ਸਾਰੇ ਪਸਾਰੇ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਬਾਬਾ, ਕਿਸ ਨੂੰ ਰੋਈਏ, ਕਿਸ ਨੂੰ ਰੋਈਏ, ਕਿਹਦੇ ਬਾਬਤ ਬੈਰਾਗ ਕਰੀਏ। ਇਹ ਸੰਸਾਰ ਜਦੋਂ ਇੱਕ ਬਾਜੀ ਹੈ, ਜਿਵੇਂ ਕੋਈ ਬਾਜੀਗਰ ਬਾਜੀ ਪਾਉਂਦਾ ਤੇ ਉਹਦੀ ਬਾਜੀ ਸੱਚ ਤਾਂ ਨਹੀਂ ਹੁੰਦੀ, ਲੋਕਾਂ ਦੇ ਮਨੋਰੰਜਨ ਵਾਸਤੇ ਉਹ ਬਾਜੀ ਪਾਉਂਦਾ ਹੈ। ਅਕਸਰ ਪਹਿਲਾਂ ਪਿੰਡਾਂ ਨਗਰਾਂ ਦੇ ਵਿੱਚ ਬਾਜੀਆਂ ਪਾਉਣ ਵਾਸਤੇ ਆਇਆ ਕਰਦੇ ਸਨ ਬਾਜੀਗਰ। ਉਹਨਾਂ ਧਰਣੀ ਵਿੱਚ ਮੰਜੇ ਗੱਡ ਕੇ ਉੱਚੀਆਂ ਛਾਲਾਂ ਮਾਰਦੀਆਂ, ਕਈ ਪ੍ਰਕਾਰ ਦੇ ਜਿਹੜੇ ਕਰਤੱਵ ਸਨ ਉਹਨਾਂ ਦੇ ਉਹ ਵਿਖਾਏ ਜਾਂਦੇ ਸੀ। ਉਹ ਖੇਡ ਹੀ ਹੁੰਦੀ ਸੀ ਨਾ ਕੁਝ ਸਮੇਂ ਦੀ। 2-2 4-4 ਦਿਨ 5-5 ਦਿਨ ਪਿੰਡਾਂ ਵਿੱਚ ਉਹ ਮੇਲਾ ਜਿਹਾ ਲਾ ਕੇ ਰੱਖਦੇ ਸੀ ਤੇ ਬੜਾ ਖਲਾਰਾ ਉਹਨਾਂ ਨੇ ਖਲਾਰ ਲੈਣਾ ਸੱਜੇ ਖੱਬੇ, ਅਖੀਰ ਨੂੰ ਸਭ ਕੁਝ ਸਮੇਟ ਲੈਂਦੇ ਸੀ। ਹੁਣ ਉੱਥੇ ਉਸ ਖਲਾਰੇ ਹੋਏ ਖਲਾਰੇ ਨੂੰ ਵੇਖ ਕੇ ਅਸੀਂ ਆਖੀਏ ਵੀ ਇਹ ਸਿਮਟੇ ਹੀ ਨਾ, ਇਹ ਸੱਚ ਹੈ, ਤੇ ਫਿਰ ਦੁਖੀ ਹੋਵਾਂਗੇ। ਜਦੋਂ ਪਤਾ ਹੈ ਵੀ ਇਹ ਸਭ ਕੁਝ ਸਿਮਟਣ ਵਾਲਾ ਹੈ ਤੇ ਫਿਰ ਕਿਸ ਨੂੰ ਰੋਈਏ। ਮਹਾਰਾਜ ਜੀ ਕਹਿੰਦੇ ਪਰਮਾਤਮਾ ਬਾਜੀਗਰ ਹੈ ਔਰ ਪਾਰ ਬ੍ਰਹਮ ਪਰਮੇਸ਼ਰ ਰੂਪੀ ਬਾਜੀਗਰ ਨੇ ਸੰਸਾਰ ਦੀ ਇਹ ਬਾਜੀ ਪਾਈ। ਬਾਜੀਗਰ ਇੱਕ ਬਾਜੀ ਪਾਈ, ਇਹ ਅਕਾਲ ਪੁਰਖ ਪਰਮੇਸ਼ਰ ਦੀ ਪਾਈ ਹੋਈ ਬਾਜੀ ਹੈ ਸੰਸਾਰ। ਇਹਦੇ 'ਚ ਸਭ ਕੁਝ ਬਣ ਵੀ ਰਿਹਾ, ਇਹਦੇ 'ਚ ਸਭ ਕੁਝ ਸਿਮਟ ਵੀ ਰਿਹਾ। ਤੇ ਜਦੋਂ ਸਿਮਟਦਾ ਉਦੋਂ ਵੇਖ ਕੇ ਕਿਸ ਨੂੰ ਰੋਈਏ, ਜਦੋਂ ਕਿ ਪਤਾ ਹੈ ਕਿ ਸਭ ਕੁਝ ਸਿਮਟਣਾ, ਸਭ ਕੁਝ ਉਸੇ ਵਿੱਚ ਜਾ ਕੇ ਮਿਲਣਾ ਹੈ, ਤੇ ਫਿਰ ਰੋਣਾ ਕਿਸ ਬਾਤ ਦਾ।
ਨਾਨਕ ਕਿਸਨੋ ਬਾਬਾ ਰੋਈਏ, ਖੇ ਬਾਬਾ ਕਿਸਨੂੰ ਰੋਈਏ। ਬਾਜੀ ਹੈ ਇਹੋ ਸੰਸਾਰੋ, ਇਹ ਸੰਸਾਰ ਇੱਕ ਪ੍ਰਮਾਤਮਾ ਦੀ ਪਾਈ ਹੋਈ ਬਾਜੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰਦੇਵ ਦੀ ਅੰਮ੍ਰਿਤਮਈ ਗੁਰਬਾਣੀ ਅਲਾਣੀਆਂ ਦੀ ਬਾਣੀ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਵਿਰਾਗ ਜਨਿਆ ਉਪਦੇਸ਼ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਅਗਾਧ ਬੋਧ ਬਾਣੀ ਹੈ ਸਤਿਗੁਰਾਂ ਦੀ। ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਆਪ ਜੀ ਨੇ ਅਣਜਾਣ ਜਿਹਾ ਦਾਸਰਾ ਜਾਣ ਕੇ ਖਿਮਾ ਕਰ ਦੇਣੀਆਂ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਸਚੜਾ ਨਾਮ ਲਏ ਹਾਂ, 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 ਸਚੜਾ ਨਾਮ ਲਏ ਹਾਂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਤੁਮਰੈ ਸੂਤਰ ਤਾਰੀ ਤੁਮ ਤੇ ਤੁਮਰੀ ਗਤ ਮਿਤ ਤੁਮ ਹੀ ਜਾਨੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ
ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦਨ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋ ਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ। ਤਾਨਾ ਆਰਿਆਂ ਨਾਲ ਚਿਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ। ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ। ਆਪ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਸੱਚਖੰਡ ਸਜੇ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਗਾਇਨ ਹੋਈਆਂ ਹਨ ਜੀ। ਉਪਰੰਤ ਪਾਤਸ਼ਾਹ ਜੀਓ ਆਪ ਜੀਆਂ ਦੇ ਅੰਮ੍ਰਿਤ ਵੇਲੇ ਦੇ ਸ੍ਰੀ ਮੁਖ ਵਾਕ ਦੀ ਵਿਚਾਰ ਹੋਈ ਹੈ ਜੀ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਜੀ। ਪੜੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਦਾਨ ਬਖਸ਼ਣਾ, ਕਿਰਪਾ ਕਰਨੀ ਪਾਤਸ਼ਾਹ ਜੀ। ਸਮੂਹ ਸੰਗਤਾਂ ਦੇ ਪੰਥ ਦੇ ਸੀਸ ਤੇ ਮੇਰ ਭਰਿਆ ਹੱਥ ਰੱਖਣਾ, ਸੁਖ ਸ਼ਾਂਤੀ ਮੇਲ ਇਤਫਾਕ ਪਿਆਰ ਦੇਹ ਰੋਗਤਾ ਚੜ੍ਹਦੀ ਕਲਾ ਦੇ ਜੀਵਨ ਬਖਸ਼ਣੇ ਜੀ। ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ, ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ, ਭੇਟਾ ਕੀਤਾ ਕੜਾਹ ਪ੍ਰਸ਼ਾਦ ਦਰ ਪ੍ਰਵਾਨ ਕਰਨਾ ਜੀ। ਸ਼ੁਭ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ, ਯਾਤਰਾ ਸਫਲ ਕਰਨੀ ਕਾਰਜ ਰਾਸ ਕਰਨੇ ਜੀ। ਆਪ ਜੀ ਦੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਸੰਗਤਾਂ ਨੂੰ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, खुआर हुए सब मिलेंगे। खुआर हुए सब मिलेंगे। बोले सो निहाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। श्री वाहिगुरु साहिब जी। मैं मूर्ख की केतक बात है, कोट पराधी तरिया रे। गुर नानक जन सुनिया पेखिया, से फिर गरबास ना परिया रे।
ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ। ਸਿਫਤ ਖਸਮ ਦੀ, ਨੂਰ ਅਰਸਹ ਕੁਰਸਹ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਪਹਿਲਾ। ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ। ਰੋਵਹਿ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ। ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ। ਰੋਵਹਿ ਬਿਰਹਾ ਤਨ ਕਾ, ਆਪਣਾ ਸਾਹਿਬ ਸੰਭਾਲੇ ਹਾਂ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪਿਓਥੈ ਜਾਣਾ। ਜਿਸ ਕਾ ਕੀਆ ਤਿਨ ਹੀ ਲੀਆ, ਹੋਆ ਤਿਸੈ ਕਾ ਭਾਣਾ। ਜੋ ਤਿਨ ਘਰ ਪਾਇਆ, ਸੋ ਆਗੈ ਆਇਆ। ਅਸੀਂ ਕੇ ਹੁਕਮ ਕਰਿਆ। ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣੈ ਐਸਾ ਕੋਏ। ਸੇਵਿਓ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲਾ ਜਾਵੋ, ਤਾਂ ਫਲ ਪਾਵੋ। ਆਗੈ ਮਿਲੈ ਵਡਾਈ, ਭੇਟੈ ਸਿਉ ਜਾਵੋ। ਸੱਚ ਸਮਾਵੋ, ਤਾਂ ਪਤ ਲੇਖੈ ਪਾਈ। ਮਹਿਲੀ ਜਾਏ ਪਾਵੋ, ਖਸਮੈ ਭਾਵੋ। ਰੰਗ ਸਿਉ ਰਲਿਆ ਮਾਣੈ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਕੋਈ ਮਰ ਜਾਣੈ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸਈ ਆਗੈ ਆਖੀਐ, ਦਰਗਹ ਪਾਵਹਿ ਸਾਚੀ ਮਾਣੋ। ਦਰਗਹ ਮਾਣ ਪਾਵਹਿ, ਪਤ ਸਿਉ ਜਾਵਹਿ। ਆਗੈ ਦੁਖ ਨ ਲਾਗੈ, ਕਰ ਏਕ ਧਿਆਵਹਿ। ਤਾਂ ਫਲ ਪਾਵਹਿ, ਜਿਤ ਸੇਵਿਐ ਭਉ ਭਾਗੈ। ਉੱਚਾ ਨਹੀਂ ਕਹਿਣਾ, ਮਨ ਮਹਿ ਰਹਿਣਾ। ਆਪੇ ਜਾਣੈ ਜਾਣੋ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ,
ਜਿਨ ਕੀਆ ਸੋ ਜਾਣੈ, ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰ। ਜਿਨ ਕਿਛ ਕੀਆ ਸੋਈ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਕਿਸਨੋ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰਿ ਸੋਭਾ। चिंता लाहे हमारी, आवरी ना सुजै दूजी ठार। हार पर्यो तो द्वारी, लेखा छोड़िया लेख छुटै। हम निर्गुण लेहो बाल, सत बख्शन सदा मेरवाना। सबना दे आदारी, नानक दास संत पाछै परयो। राख लियो यही बाई, आनंद गुण निदान। गुरु गरीब निवाज, गरीब निवाज, गरीब निवाज। मन मोले ओ हर चरण संग, मन मोले ओ हर चरण संग। मन मोले ओ हर चरण संग,
ਕਰ ਕਿਰਪਾ ਸਾਧੂ ਜਨ ਭੇਟੇ, ਨਿਤ ਰਾਤੋ ਅਰ ਨਾਮ ਰੰਗ, ਮਨ ਮੋਲਿਓ ਅਰ ਚਰਨ ਸੰਗ, ਮਨ ਮੋਲਿਓ ਅਰ ਚਰਨ ਸੰਗ। तिल बिख बिन से गाय गुना, अन दिन उपजी सहज तुना। अन दिन उपजी सहज तुना, अन दिन उपजी सहज तुना, अन दिन उपजी सहज तुना। मन मोलियो आर चरण संग, मन मोलियो आर चरण संग। कर किरपा साधु जन पेटे, कर किरपा साधु जन पेटे, नित रातो अर नाम रंग, मन मोलियो आर चरण संग, मन मोलियो आर चरण संग। कर किरपा प्रगटे गोपाल, कर किरपा प्रगटे गोपाल, लड़ लाए उदारे दीन दयाल। लड़ लाए उदारे दीन दयाल, लड़ लाए उदारे दीन दयाल। लड़ लाए उदारे दीन दयाल, मन मोलियो आर चरण संग, मन मोलियो आर चरण संग। कर किरपा साधु जन पेटे, नित रातो अर नाम रंग, मन मोलियो आर चरण संग, मन मोलियो आर चरण संग। एह मन होआ साध तूर, नित देखै स्वामी हजूर। नित देखै स्वामी हजूर, काम करोध तृष्णा गई,
ਪ੍ਰਭ ਕਿਰਪਾ ਪਈ। ਨਾਨਕ ਪ੍ਰਭ ਕਿਰਪਾ ਪਈ। ਨਾਨਕ ਪ੍ਰਭ ਕਿਰਪਾ ਪਈ। ਨਾਨਕ ਪ੍ਰਭ ਕਿਰਪਾ ਪਈ। ਮਨ ਮੋਲਿਓ ਆਰ ਚਰਨ ਸੰਗ। ਮਨ ਮੋਲਿਓ ਆਰ ਚਰਨ ਸੰਗ। ਹਰ ਕਿਰਪਾ ਸਾਧੂ ਜਨ ਭੇਟ। ਕਰ ਕਿਰਪਾ ਸਾਧੂ ਜਨ ਭੇਟ। ਨਿਤ ਰਾਤ ਹਰ ਨਾਮ ਰੰਗ। ਨਿਤ ਰਾਤ ਹਰ ਨਾਮ ਰੰਗ। ਮਨ ਮੋਲਿਓ ਹਰ ਚਰਨ ਸੰਗ। ਮਨ ਮੋਲਿਓ ਹਰ ਚਰਨ ਸੰਗ। ਕਰ ਕਿਰਪਾ ਸਾਧੂ ਜਨ ਭੇਟ। ਕਰ ਕਿਰਪਾ ਸਾਧੂ ਜਨ ਭੇਟ। ਨਿਤ ਰਾਤ ਹਰ ਨਾਮ ਰੰਗ। ਮਨ ਮੋਲਿਓ ਹਰ ਚਰਨ ਸੰਗ। ਮਨ ਮੋਲਿਓ ਹਰ ਚਰਨ ਸੰਗ। ਮਨ ਮੋਲਿਓ ਮਨ ਮੋਲਿਓ ਮਨ ਮੋਲਿਓ ਹਰ ਚਰਨ ਸੰਗ। ਗੁਰਪੂਰਾ ਜਿਨ ਸਿਮਰਿਆ ਸੇ ਪੈ ਨਿਹਾਲ। ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਤ। ਹਰ ਕਾ ਨਾਮ ਧਿਆਏ ਕੈ ਹੋਰ ਆਪਾਂ। ਕਰਮ ਲਿਖਨ ਤੇ ਪਾਈਐ ਏਰ ਸੁਆਦ। ਵੰਦਨ ਪੁਨ ਮੋਲਿਆ ਫਲ ਪਾਈ। ਮਿਲ ਸਾਧੂ ਸੁਖ ਉਪਜੈ ਲਤੀ ਸਭ ਜਾ। ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ। ਫਿਰ ਬੋੜ ਨ ਤਾਈ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ। ਕਰਮ ਲਿਖਨ ਤੇ ਪਾਈਐ ਇਹੋ ਸੁਹਾਈ। ਵਣ ਤ੍ਰਿਨ ਤ੍ਰਿਪਉਣ ਮੋਲਿਆ ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੈ ਲਤੇ ਸਭ ਛਾਈ। ਨਾਨਕ ਸਿਮਰੈ ਏਕ ਨਾਮ ਫਿਰ ਬਹੁ ਨ ਧਾਈ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਮੇਬ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਪੰਜੇ ਬਦੇ ਮਾਂ ਬਲੀ ਕਰ ਸੱਚਾ ਟੋਆ। ਆਪਣੇ ਚਰਨ ਜਪਾਇ ਵਿੱਚ ਦਿਓ ਖੜੋਆ। ਰੋਗ ਸੋਗ ਸਭ ਮਿਟ ਗਈ ਨੀਤ ਨਵਾਂ ਨਿਰੋਆ। ਜਿਨ ਰਹਿਣ ਨਾਮ ਤੇ ਆਈਂਦਾ ਫੇਰ ਪਾਈ ਨਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰੋ ਅਸੋਈ ਫਿਰ ਹੋ ਬਾ। ਪੰਛੇ ਬਦੇ ਮਹਾਬਲੀ ਕਰ ਸੱਚਾ ਟੋਆ। ਆਪਣੇ ਚਰਨ ਜਪਾਇਨ ਵਿੱਚ ਦਿਆ ਖੜਵਾ। ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ। ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕੋਮਲ ਬਾਣੀ